बिलावल महला तीजा अतुल क्यों तोलिया जाए दूजा होए तासो जी पाए तिस ते दूजा नाही कोई तिस दी कीमत किकू होए गुर प्रसाद वस मन आए ताको जाने दुबिधा जाए रहाओ आप सराफ कसवटी लाए आपे परखे आप चलाए आपे तोले पूरा होए आपे जाने एको सोए माया का रूप सब तिस ते होए जिसनो मेले सो निर्मल होए जिसनो लाए लगे तिस आए सब सच दिखाले ता सच समाए आपे लिवतात है आपे होए जिसनू लाए लगे तिस आए सब सच दिखाले ता सच समाए आपे लिवतात है आपे आप बुझाए आपे जापे आपे सतगुर शब्द है आपे नानक आँख सुनाए आपे आपे सतगुर शब्द है आपे नानक आँख सुनाए आपे। वाहिगुरु जी का खालसा वाहिगुरु जी की फतेह। इस पावन शब्द दी विचार आप जी नूं ज्ञानी जसविंदर सिंह जी सहूर जो प्रचारक ने श्रोमणी गुरुद्वारा प्रबंधक कमेटी दे सरवण करवाउणगे। अज 6वें पातशाह मीरी पीरी दे मालक दल भंजन सूरमे गुरु वड्डे जोधे
पर उपकारी सतगुरु गुरु हरगोबिंद साहब महाराज जी का पवित्र प्रकाश गुरपुरब है। आप समूह संगत नूं लख लख वधाई होवे। सतगुरु जी ने गुरु साहबानां दी आमद बारे, उन्हां दे आगमन बारे सानू जो ज्ञान दृढ़ कराया है वह है धन 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 जन आया जिस प्रसाद सब जगत तराया। जन आवन का यह है सवाओ जन कै संग चित आवे नाओ। आप मुकत मुकत करे संसार नानक तिस जन को सदा नमस्कार। इन्हां वडियाइयां दे मालक सतगुरु जी का इतिहास अते शब्द विचार आओ आपां सारे सरवण करिए। एक बार फिर सारियां नूं लख लख वधाई होवे जी। वाहिगुरु जी का खालसा वाहिगुरु जी की फतेह। सतनाम श्री वाहिगुरु जी। सतनाम श्री वाहिगुरु जी। एक मन पुरख त्याए बरदाता संत सहार सदा विख्याता। तास चरण हृदय बसावा तो परम गुरु नानक गुण गावा। सतनाम श्री वाहिगुरु जी। पंज प्याले पंज पी छठम पीर बैठा गुर भारी। अर्जुन काया पलट के मूरत हर गोविंद सवारी। चली पीड़ी सोडियां रूप दिखावन वारो वारी। दल भंजन गुर सूरमा वड जोदा बहु पर उपकारी। पुछन सिख अरदास कर छे महलां तक दरस निहारी। अगम अगोचर सतगुरु बोले मुख ते सुनो संसारी। कल जुग पीड़ी सोडियां निश्चल नीव सार खलारी। जुग जुग सतगुरु तरे अवतारी। जुग जुग सतगुरु तरे अवतारी। दल पंजन गुर सूरमा वड जोधा बहु पर उपकारी। रहमतां दे मालक तन तन श्री गुरु
ਬਾਲਾ ਪ੍ਰੀਤਮ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸਜ ਬੈਠੇ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੀਏ। ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਕਥਾ ਚੋਂ ਬਹੁਤ ਹੀ ਸਤਿਕਾਰਯੋਗ ਗਿਆਨੀ ਅਰਨਜੀਤ ਸਿੰਘ ਜੀ, ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਸਾਨੂੰ ਲੜੀਵਾਰ ਕਥਾ ਚੋਂ ਅੱਜ ਦਾ ਪਾਵਨ ਸ਼ਬਦ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਵਾਇਆ ਹੈ। ਜਿਵੇਂ ਉਹਨਾਂ ਨੇ ਆਪਣੀ ਰਸਨਾ ਤੋਂ ਸਿੱਖ ਸੰਗਤਾਂ ਦੇ ਨਾਲ ਬੜਾ ਪਵਿੱਤਰ ਬਚਨ ਸਾਂਝਾ ਕੀਤਾ ਹੈ ਕਿ ਅੱਜ ਦਲ ਪੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰਉਪਕਾਰੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਗੁਰਦੇਵ ਦੀਆਂ ਅਸੀਸਾਂ ਲੈਣ ਵਾਸਤੇ, ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਹੋਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਪਰਬਤਾਂ ਦੇ ਵਿੱਚੋਂ, ਬਰਫ਼ ਨਾਲ ਢੱਕੇ ਹੋਏ ਪਹਾੜਾਂ ਦੇ ਵਿੱਚੋਂ ਨਦੀਆਂ ਨਿਕਲਦੀਆਂ ਹਨ। ਜਦੋਂ ਕੋਈ ਨਦੀ ਪਹਾੜਾਂ ਦੇ ਸੋਮਿਆਂ ਵਿੱਚੋਂ ਨਿਕਲਦੀ ਹੈ, ਉਛਲ ਕੇ, ਉਮਲ ਕੇ ਆਪਣੇ 100 ਸਾਗਰ ਵੱਲ ਤੁਰਦੀ ਹੋਈ ਬੜੀ ਇੱਕ ਗਹਿਰੀ ਡੂੰਘੀ ਰਮਜ ਸਮਝਾਉਂਦੀ ਜਾਂਦੀ ਹੈ। ਆਪਣੀ ਚਾਲ ਦੇ ਨਾਲ ਆਪਣੀ ਮੰਜ਼ਿਲ ਵੱਲ ਵੱਧਦੀ ਜਾਂਦੀ ਹੈ। ਜੇ ਕਿਤੇ ਕੋਈ ਚਟਾਨ ਨਦੀ ਦੇ ਪ੍ਰਵਾਹ ਵਿੱਚ ਡਿੱਗ ਪਏ, ਨਦੀ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਨਦੀ ਦਾ ਪ੍ਰਵਾਹ ਰੁਕਦਾ ਨਹੀਂ ਹੈ। ਸਦੋਂ ਇੱਕ ਆਬਸ਼ਾਰ ਦਾ ਰੂਪ ਧਾਰਨ ਕਰਕੇ ਹੋਰ ਵੀ ਜ਼ੋਰ ਦੇ ਨਾਲ, ਜੋਸ਼ ਦੇ ਨਾਲ, ਬੜੇ ਰੋਹ ਦੇ ਨਾਲ ਗਰਜ ਪੈਦਾ ਕਰਕੇ ਨਦੀ ਦਾ ਇਹ ਪ੍ਰਵਾਹ ਚਟਾਨ ਦੇ ਉੱਪਰ ਦੀ ਲੰਘ ਜਾਂਦਾ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ, ਗੁਰਮਤ ਨਿਰਮਲ ਵਿਚਾਰਧਾਰਾ ਆਪਣੀ ਚਾਲ ਦੇ ਨਾਲ ਚੱਲਦੀ ਜਾ ਰਹੀ ਸੀ। ਪਰ ਪਸ਼ੂ ਬਲ ਵਾਲੀਆਂ ਸ਼ਕਤੀਆਂ ਨੇ, ਰਾਕਸ਼ ਬਿਰਤੀ ਵਾਲੀਆਂ ਸ਼ਕਤੀਆਂ ਨੇ ਆਪਣੇ ਬਾਹੂ ਬਲ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਸ ਨਿਰਮਲ ਵਿਚਾਰਧਾਰਾ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਕਹਿ ਅਤੇ ਅਸਹਿ ਤਸੀਹੇ ਦਿੰਦੇ ਹੋਏ ਸ਼ਹੀਦ ਕਰ ਦਿੱਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚੱਲਦੇ ਹੋਏ ਨਿਰਮਲ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇਹ ਪ੍ਰਵਾਹ ਰੁਕਿਆ ਨਹੀਂ। ਦਲ ਪੰਜਨ ਗੁਰ ਸੂਰਮਾ ਭਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਅਗਲੇ ਪਾਸੇ ਆਪਣੀ ਮੰਜ਼ਿਲ ਵੱਲ ਵਹਿੰਦਾ ਗਿਆ। ਸਾਧ ਸੰਗਤ, ਐਸੇ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। 21 ਹਾੜ ਸੰਨ 1595 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਲ ਇੱਕ ਨਗਰ ਹੈ ਗੁਰੂ ਕੀ ਵਡਾਲੀ। ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ।
ਸਾਧ ਸੰਗਤ ਸਾਰਾ ਸਿੱਖ ਜਗਤ ਬੜਾ ਪ੍ਰਸੰਨ ਸੀ। ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਹੈ ਕਿ ਸਾਵਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ। ਸਾਵਣ ਦੇ ਮਹੀਨੇ 'ਚ ਜਦੋਂ ਮੀਂਹ ਪੈ ਜਾਏ, ਵਰਖਾ ਪੈ ਜਾਏ, ਸਾਰੀ ਬਨਸਪਤੀ ਮੌਲ ਉੱਠਦੀ ਹੈ, ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਪਰ ਦੋ ਬੂਟੇ ਸੁੱਕ ਜਾਂਦੇ ਹਨ। ਸਾਵਣ ਦੇ ਮਹੀਨੇ 'ਚ ਮੀਂਹ ਵਰ ਜਾਏ, ਸਾਰੀ ਬਨਸਪਤੀ ਹਰਿਆਵਲ ਨਾਲ ਭਰ ਜਾਂਦੀ ਹੈ, ਪਰ ਦੋ ਬੂਟੇ ਸੁੱਕ ਜਾਂਦੇ ਹਨ। ਉਹ ਦੋ ਬੂਟੇ ਕਿਹੜੇ ਹਨ? ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਵਣ ਵਣ ਹਰਿਆਵਲਾ ਉੱਠੇ ਸੁੱਕੇ ਅੱਕ ਜਵਾਹ। ਇੱਕ ਅੱਕ ਦਾ ਬੂਟਾ ਹੈ ਤੇ ਇੱਕ ਜਵਾਹ ਦਾ ਬੂਟਾ ਹੈ। ਇਹ ਦੋਵੇਂ ਬੂਟੇ ਮੀਂਹ ਪਿਆ, ਵਰਖਾ ਪਿਆ, ਸਾਉਣ ਦੇ ਮਹੀਨੇ 'ਚ ਸੁੱਕ ਜਾਂਦੇ ਹਨ। ਸਾਰਾ ਸਿੱਖ ਜਗਤ ਬੜਾ ਪ੍ਰਸੰਨ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ, ਪਰ ਦੋ ਜੀਆਂ ਨੂੰ ਬੜਾ ਦੁੱਖ ਹੋਇਆ। ਉਹ ਕਿਹੜੇ ਸਨ ਦੋ ਜੀ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਕ ਸਤਿਕਾਰਯੋਗ ਤਾਇਆ ਪ੍ਰਿਥੀ ਚੰਦ ਜੀ ਤੇ ਇੱਕ ਉਹਨਾਂ ਦੀ ਤਾਈ ਜਿਹਦਾ ਨਾਂ ਬੀਬੀ ਕਰਮੋ ਸੀ। ਸਾਧ ਸੰਗਤ ਜਿਸ ਦਿਨ ਪ੍ਰਕਾਸ਼ ਹੋਇਆ, ਉਸ ਦਿਨ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ, ਕਿਉਂਕਿ ਬੀਬੀ ਕਰਮੋ ਬਾਰ-ਬਾਰ ਕਹਿੰਦੀ ਰਹੀ ਪ੍ਰਿਥੀ ਚੰਦ ਨੂੰ, ਜੇ ਤੁਸੀਂ ਗੁਰੂ ਰਾਮਦਾਸ ਜੀ ਦੀ ਸੇਵਾ ਕਰਦੇ ਤੇ ਗੁਰਤਾ ਗੱਦੀ ਤੁਹਾਨੂੰ ਪ੍ਰਾਪਤ ਹੋਣੀ ਸੀ। ਤੁਸੀਂ ਸੇਵਾ ਪੂਰੀ ਨਹੀਂ ਕਰ ਸਕੇ, ਉਹਨਾਂ ਦਾ ਮਨ ਖੁਸ਼ ਨਹੀਂ ਕਰ ਸਕੇ, ਜਿਸ ਕਰਕੇ ਤੁਸੀਂ ਗੁਰਤਾ ਗੱਦੀ ਪ੍ਰਾਪਤ ਨਾ ਕਰ ਸਕੇ। ਨਹੀਂ ਤੇ ਇਹ ਸਾਰੇ ਸਭ ਕੁਝ ਦਾ ਮਾਲਕ ਸਾਡਾ ਪੁੱਤਰ ਮਿਹਰਬਾਨ ਹੋਣਾ ਸੀ। ਪ੍ਰਿਥੀ ਚੰਦ ਬਾਰ-ਬਾਰ ਕਹਿੰਦਾ ਰਿਹਾ। ਫਿਰ ਕੀ ਹੋਇਆ? ਯਾਦ ਰੱਖ ਕਰਮੋ, ਗੰਗਾ ਦੇ ਘਰ ਵਿੱਚ ਸੰਤਾਨ ਨਹੀਂ ਹੋਣੀ। ਸ਼ਾਦੀ ਨੂੰ ਇੰਨੇ ਸਾਲ ਹੋ ਗਏ ਨੇ, ਇਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਹੋਣੀ। ਇਹਨਾਂ ਤੋਂ ਬਾਅਦ ਵਿੱਚ ਸਭ ਕੁਝ ਸਾਡਾ ਹੀ ਸਾਡਾ ਹੈ, ਮਿਹਰਬਾਨ ਦਾ ਹੀ ਸਭ ਕੁਝ ਹੈ। ਪਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਭਾਈ ਗੁਰਦਾਸ ਕਹਿੰਦੇ ਨੇ, ਜਿਵੇਂ ਮੀਂਹ ਪਿਆ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ, ਪਰ ਜਵਾਹ ਦਾ ਬੂਟਾ ਤੇ ਅੱਕ ਦਾ ਬੂਟਾ ਦੋਵੇਂ ਸੁੱਕ ਜਾਂਦੇ ਹਨ। ਦੋਵੇਂ ਜੀਆਂ ਦੇ ਦਿਲ ਨੂੰ ਘਬਰਾਹਟ ਪੈਣੀ ਸ਼ੁਰੂ ਹੋ ਗਈ। ਬੀਬੀ ਕਰਮੋ ਆਖਣ ਲੱਗੀ ਪ੍ਰਿਥੀ ਚੰਦ ਨੂੰ, ਤੁਸੀਂ ਤੇ ਕਹਿੰਦੇ ਸੀ ਗੰਗਾ ਦੇ ਘਰ ਸੰਤਾਨ ਨਹੀਂ ਹੋਣੀ, ਇਹਦੀ ਗੋਦ ਹਰੀ ਨਹੀਂ ਹੋਣੀ, ਇਹ ਕੀ ਹੋ ਗਿਆ ਹੈ? ਇਹ ਕੀ ਬਣਿਆ ਹੈ? ਪ੍ਰਿਥੀ ਚੰਦ ਆਖਣ ਲੱਗਾ, ਹੁਣ ਕੀ ਹੋਇਆ? ਫਿਰ ਕੀ ਹੋਇਆ? ਯਾਦ ਰੱਖ ਕਰਮੋ, ਇਸ ਦੋਖ ਦੀ ਅੰਗੂਰੀ ਨੂੰ ਮੈਂ ਖਤਮ ਕਰ ਦਿਆਂਗਾ, ਇਹਨੂੰ ਨਹੀਂ ਰਹਿਣ ਦਿੱਤਾ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਵਾਸਤੇ ਇੱਕ ਨਹੀਂ 3 ਹੱਲੇ ਕੀਤੇ ਪ੍ਰਿਥੀ ਚੰਦ ਨੇ। ਦਾਈ ਨੂੰ ਪੈਸੇ ਦਿੱਤੇ ਤਾਂ ਕਿ ਉਹ ਆਪਣੇ ਦੁੱਧ ਦੇ ਨਾਲ ਜ਼ਹਿਰ ਲਾ ਕੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰ ਸਕੇ, ਪਰ ਉਹ ਦਾਈ ਉਸ ਜ਼ਹਿਰ ਦੇ ਅਸਰ ਨਾਲ ਆਪ ਹੀ ਮਰ ਗਈ। ਪਰ ਮਰਦੀ ਮਰਦੀ ਉਹ ਪ੍ਰਿਥੀ ਚੰਦ ਜੀ ਦਾ ਕਾਰਾ ਦੱਸ ਗਈ। ਦੂਸਰਾ ਹੱਲਾ ਉਦੋਂ ਕੀਤਾ ਜਦੋਂ ਇੱਕ ਸਪੇਰੇ ਨੂੰ 500 ਰੁਪਈਆ ਦੇ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖੇਡਦੇ ਹੋਣ ਤੇ ਉਹਨਾਂ ਨੂੰ ਸੱਪ ਦਾ ਡੰਗ ਮਰਵਾਉਣਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਪ ਦੇ ਡੰਗ ਤੋਂ ਵੀ ਬਚ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੰਮ੍ਰਿਤਸਰ ਸਾਹਿਬ ਆ ਗਏ। ਤੀਸਰਾ ਹੱਲਾ ਜਿਹੜਾ ਬਹੁਤ ਵੱਡਾ ਸੀ, ਪ੍ਰਿਥੀ ਚੰਦ ਨੇ ਉਸ ਬ੍ਰਾਹਮਣ ਨੂੰ ਖਰੀਦਿਆ ਪੈਸੇ ਦੇ ਕੇ, ਜਿਹੜਾ ਬ੍ਰਾਹਮਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਕਰਦਾ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਖੜਾਵਾ ਸੀ। ਇਤਿਹਾਸ ਕਹਿੰਦਾ ਵੀ ਬ੍ਰਾਹਮਣ ਨੂੰ ਉਸ ਵੇਲੇ ਦਾ 500 ਰੁਪਈਆ ਦਿੱਤਾ। ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਸੇ ਚੀਜ਼ ਵਿੱਚ ਜ਼ਹਿਰ ਪਾ ਕੇ ਮਾਰ ਦਿੱਤਾ ਜਾਵੇ। ਬ੍ਰਾਹਮਣ ਦਹੀਂ ਵਿੱਚ ਜ਼ਹਿਰ ਪਾ ਕੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਵਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੰਨੀ ਉੱਚੀ ਸਾਰੀ ਚੀਕ ਮਾਰੀ। ਗੁਰੂ ਅਰਜਨ ਦੇਵ ਮਹਾਰਾਜ ਬੜੀ ਛੇਤੀ ਨਾਲ ਆਏ। ਕਹਿੰਦੇ ਨੇ ਉਹ ਦਹੀਂ ਵਾਲਾ ਪਿਆਲਾ ਗੁਰੂ ਅਰਜਨ ਦੇਵ ਮਹਾਰਾਜ ਨੇ ਦਿਲਾਂ ਦੀਆਂ ਜਾਣਨਹਾਰ ਨੇ ਕੁੱਤੇ ਦੇ ਅਗਲੇ ਪਾਸੇ ਰੱਖਿਆ। ਕੁੱਤਾ ਉਹ ਦਹੀਂ ਖਾਂਦਾ ਸਾਰੀ ਪ੍ਰਾਣ ਛੱਡ ਗਿਆ। ਗੁਰੂ ਜੀ ਦੇ ਪ੍ਰਤਾਪ ਨਾਲ ਨਿਮੋਸ਼ੀ ਦਾ ਮਾਰਿਆ ਹੋਇਆ ਇਹ ਬ੍ਰਾਹਮਣ
ਇਹਦੇ ਪੇਟ ਵਿੱਚ ਐਸਾ ਸੂਲ ਉੱਠਿਆ ਵੀ ਇਹ ਮਰ ਗਿਆ, ਪਰ ਮਰਨ ਤੋਂ ਪਹਿਲਾਂ ਪ੍ਰਿਥੀ ਚੰਦ ਜੀ ਦੀ ਸਾਜ਼ਿਸ਼ ਬਾਰੇ ਦੱਸ ਗਿਆ। ਸੰਗਤਾਂ ਆਖਣ ਲੱਗੀਆਂ, ਮਹਾਰਾਜ ਇਹਨੂੰ ਉਲਾਮਾ ਦੇਣਾ ਚਾਹੀਦਾ ਪ੍ਰਿਥੀ ਚੰਦ ਨੂੰ। ਗੁਰੂ ਅਰਜਨ ਦੇਵ ਮਹਾਰਾਜ ਏਡੇ ਸ਼ਾਂਤ ਸਨ, ਗੁਰੂ ਅਰਜਨ ਦੇਵ ਮਹਾਰਾਜ ਏਡੇ ਵੱਡੇ ਜ਼ਿਗਰੇ ਦੇ ਮਾਲਕ ਸਨ। ਹਜ਼ੂਰ ਕਹਿੰਦੇ ਨੇ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਹਜ਼ੂਰ ਆਖਣ ਲੱਗੇ, ਮੈਂ ਕਿਸੇ ਨੂੰ ਉਲਾਮਾ ਨਹੀਂ ਦੇਣਾ। ਮੈਂ ਕਿਉਂ ਉਲਾਮਾ ਕਿਸੇ ਨੂੰ ਦੇਵਾਂ? ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ, ਲੇਪ ਨ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਮਹਾਰਾਜ ਆਖਣ ਲੱਗੇ, ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਿਲ ਮਾਤਰ ਵੀ ਜ਼ਹਿਰ ਦਾ ਅਸਰ ਨਹੀਂ ਹੋਇਆ, ਮੇਰੇ ਮਾਲਕ ਨੇ ਬਚਾ ਲਿਆ, ਪਰ ਇਹ ਦੁਸ਼ਟ ਬ੍ਰਾਹਮਣ ਸੂਲ ਪੈ ਕੇ ਮਰ ਗਿਆ ਹੈ। ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਪ੍ਰਾਪਤ ਕਰ ਗਏ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖਤ ਤੇ ਬਿਰਾਜਮਾਨ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਕਮ ਕਰਕੇ ਗਏ ਸਨ, ਮੇਰੇ ਤੋਂ ਬਾਅਦ ਵਿੱਚ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਖਤ ਤੇ ਬਿਠਾਉਣਾ, 2 ਤਲਵਾਰਾਂ ਪਹਿਨਣੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਸ਼ਾਹੀ ਠਾਠ ਬਾਠ ਵਾਲੀ ਪੱਗ ਬੰਨਣੀ, ਹੀਰਿਆਂ ਜੜੀ ਕਲਗੀ ਲਾਉਣੀ, ਘੋੜੇ ਰੱਖਣੇ ਤੇ ਸ਼ਸਤਰ ਰੱਖਣੇ, ਜੰਗੀ ਅਭਿਆਸ ਕਰਨੇ। ਇਹ ਜ਼ਾਲਮ ਆਪਣੀ ਕਰਤੂਤ ਤੋਂ ਬਾਜ ਨਹੀਂ ਆਏਗਾ। ਜਿਹੜੀ ਵੀ ਸ਼ਬਦਾਵਲੀ ਇਹ ਜ਼ਾਲਮ ਸਮਝਦਾ ਹੋਵੇ, ਉਸੇ ਹੀ ਬੋਲੀ ਵਿੱਚ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ। ਸਾਡੀ ਸ਼ਹਾਦਤ ਅਵਸ਼ ਹੋਵੇਗੀ। ਇਤਿਹਾਸ ਕਹਿੰਦਾ ਵੀ ਜਿਸ ਦਿਨ ਤਖਤ ਨਸ਼ੀਨੀ ਹੋਈ, ਬਾਬਾ ਬੁੱਢਾ ਜੀ ਨੇ ਸ਼ਾਹੀ ਠਾਠ ਵਾਲੀ ਪੱਗ ਬੱਧੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਹੀਰਿਆਂ ਜੜੀ ਕਲਗੀ ਲਾਈ, 2 ਤਲਵਾਰਾਂ ਪਹਿਨਾ ਦਿੱਤੀਆਂ। 2 ਢਾਡੀ ਸਨ, ਇੱਕ ਭਾਈ ਅਬਦੁੱਲਾ ਜੀ ਤੇ ਭਾਈ ਨੱਥ ਮਲ ਜੀ। ਉਹਨਾਂ ਨੂੰ ਮੰਗਾਇਆ ਗਿਆ। ਕਹਿੰਦੇ ਨੇ ਜਦੋਂ ਉਹ ਵਾਰ ਗਾਉਂਦੇ ਹੁੰਦੇ ਸਨ, ਮੁਰਦਿਆਂ ਵਿੱਚ ਵੀ ਜਾਨ ਪੈ ਜਾਂਦੀ ਸੀ, ਕਹਿਰ ਵੀ ਬਹਾਦਰ ਬਣ ਜਾਂਦੇ ਸਨ। ਉਹਨਾਂ ਨੇ ਭਾਈ ਨੱਥਾ ਤੇ ਅਬਦੁੱਲਾ ਜੀ ਨੇ ਫਿਰ ਵਾਰ ਗਾਈ। ਪਹਿਲੇ ਦਿਨ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਖਤ ਤੇ ਬੈਠੇ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਠਾਠ ਬਾਠ ਦੇਖ ਕੇ ਫਿਰ ਨੱਥਾ ਤੇ ਅਬਦੁੱਲਾ ਜੀ ਨੇ ਇੱਕ ਵਾਰ ਗਾਈ। ਉਹ ਵਾਰ ਇਤਿਹਾਸਕ ਵਾਰ ਹੈ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ। ਇਹ ਨਹੀਂ ਆਖਿਆ ਵੀ 2 ਤਲਵਾਰਾਂ ਪਹਿਨੀਆਂ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗਰ, ਦਰਵਾਜ਼ਾ ਬਲਖ ਬਗੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇਰੀ ਪੱਗ ਦੀ ਸ਼ਾਨ ਦੇ ਮੁਕਾਬਲੇ ਤੇ ਜਹਾਂਗੀਰ ਦੀ ਪੱਗ ਕੀ ਹੋਈ। ਉਸ ਵੇਲੇ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ 11 ਵਰਿਆਂ ਦੀ ਸੀ। ਸਾਧ ਸੰਗਤ ਸਿੱਖ ਸੰਗਤ ਵਿੱਚ ਬੜੀ ਮਜੂਸੀ ਆਈ ਹੋਈ ਸੀ, ਪਰ ਦਲ ਭੰਜਨ ਗੁਰਸੂਰਮਾ ਜੀ ਨੇ ਉਸ ਮਜੂਸੀ ਨੂੰ ਸਦਾ ਵਾਸਤੇ ਕਾਇਮ ਨਹੀਂ ਰਹਿਣ ਦਿੱਤਾ। ਤਖਤ ਨਸ਼ੀਨੀ ਹੁੰਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠ ਕੇ ਖੜੇ ਹੋ ਗਏ ਤੇ ਕੁਝ ਪਲ ਉਹਨਾਂ ਨੇ ਜੋਸ਼ ਭਰੀ ਤਕਰੀਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਐ ਗੁਰੂ ਨਾਨਕ ਸਾਹਿਬ ਜੀ ਦੀ ਸਾਧ ਸੰਗਤ, ਪਹਿਲਾਂ ਤੁਸੀਂ ਬੜੀਆਂ ਪਿਟਾਵਾਂ ਲੈ ਕੇ ਆਉਂਦੇ ਰਹੇ। ਮਹਾਰਾਜ ਆਖਣ ਲੱਗੇ, ਮਾਇਆ ਦੀ ਤੇ ਅੱਜ ਵੀ ਲੋੜ ਹੈ, ਪਰ ਐ ਗੁਰੂ ਨਾਨਕ ਸਾਹਿਬ ਜੀ ਦੇ ਸਿੱਖੋ, ਅੱਜ ਤੋਂ ਬਾਅਦ ਮੇਰੀ ਪਿਆਰੀ ਭੇਟਾ ਹੋਵੇਗੀ ਚੰਗੀ ਜਵਾਨੀ, ਚੰਗਾ ਘੋੜਾ, ਚੰਗਾ ਸ਼ਸਤਰ। ਹਜ਼ੂਰ ਆਖਣ ਲੱਗੇ, ਜੇ ਮੇਰੀਆਂ ਖੁਸ਼ੀਆਂ ਲੈਣੀਆਂ ਚਾਹੁੰਦੀਆਂ ਜੇ ਤੇ ਜਵਾਨ ਪੁੱਤ ਪਾਲੋ। ਹਜ਼ੂਰ ਆਖਣ ਲੱਗੇ, ਮੇਰੀ ਖੁਸ਼ੀ ਲੈਣੀ ਚਾਹੁੰਦੇ ਜੀ ਤੇ ਘੋੜੇ ਪਾਲ ਕੇ ਗੁਰੂ ਘਰ ਵਿੱਚ ਕੱਲੋ, ਵਧੀਆ ਸ਼ਸਤਰ ਕੱਲੋ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਜੇ ਮੇਰੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਹਜ਼ੂਰ ਆਖਣ ਲੱਗੇ, ਨੌਜਵਾਨ ਗੱਭਰੂਓ ਕਸਰਤਾਂ ਕਰੋ, ਘੁਲੋ, ਖੇਡਾਂ ਖੇਡੋ, ਸ਼ਸਤਰ ਅਭਿਆਸ ਕਰੋ, ਜੰਗੀ ਅਭਿਆਸ ਕਰੋ, ਜੰਗੀ ਅਭਿਆਸ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਜਿਹੜੀ ਕਮਜ਼ੋਰੀ ਹੈ ਇੱਕ ਕੌਮੀ ਗੁਨਾਹ ਹੈ।
महाराज आखन लगे ये गुनाह किसी नूं भी मुआफ नहीं किया जा सकता। साध संगत गुरु हरगोबिंद साहब महाराज जी आखन लगे ਜਿਹੜੀ मैं अज 2 तलवारां पैनियां ਹਨ ये मैं तलवार ਤੁਹਾਨੂੰ भी फड़ाउणी चाहुंदा हां तां कि जालम दी जुल्मी तलवार दा टाकरा किया जा सके। महाराज आखन लगे ये जिहड़ी मैं तलवार पैनी है उन्नी देर चलती रहेगी जिन्नी देर बाबर वाणी दी तलवार नहीं रुकदी। महाराज आखन लगे तगड़े होवो, घबराउण दी लोड़ कोई नहीं। महाराज आखन लगे जे मौत कोलों डरोगे गिनती कैरां विच होएगी, मौत नूं मंगारोगे गिनती बहादरां विच होवेगी। गुरु हरगोबिंद साहब महाराज आखन लगे सिर उच्चा करके तुरना सिखोगे, घबराहट दूर होवेगी, दृढ़ इरादे नाल तुरोगे मंजिल बहुत नेड़े जापेगी। महाराज आखन लगे पिंडां विच जाओ, मेरा सुना दिओ लोकां नूं अज जवानी दी लोड़ है। जवानी उही चंगी है जिहड़ी कौम दे काम आ सके। मैं दे पंजाब दी धरती ते नौजवानों में बेनती करांगा भी गुरु हरगोबिंद साहब महाराज अज भी कह रहे हैं जवानी उही चंगी है जिहड़ी कौम दे काम आ सके। करो नशियां दा त्याग, खेडो खेडां, पढ़ाई विच उन्नति करो, मापियां दा नाम रोशन करो। ये नशा किते साडा कौमी गुनाह ना बन जाए। नौजवानों छेवें पातशाह अज भी कहते हैं कसरतां करो, कुलो वड्डियां वड्डियां खेडां खेडो। महाराज ने आख्या सी खूंखार जानवरां दा शिकार करो। कई पैगंबरां ने आख्या भी हुण शस्त्र नदियां विच सुट देने चाहिए हैं। सुट्टे हुए हथियार फिर सच्चे पातशाह ने चुकाए। नदियां में हथियार सुट्टन का कारण से हिंदुस्तान गुलाम हो गया। गुरु हरगोबिंद साहब महाराज ने जोश भरी तकरीर करदे आख्या, महाराज आखन लगे ये ना सोचो साड़ी गिनती थोड़ी है। महाराज आखन लगे सारे सोमे, महाराज आखन लगे सारी नदियां सोमिया विचों निकलदियां हन, इकट्ठे होके चलोगे हड़ आ जाएगा। गुरु हरगोबिंद साहब महाराज ने बैठे हुए ढाडियां नूं आख्या, बैठे हुए कवियां नूं आख्या हुण कवेले दे गीत छड्डो, वेले दे गीत गाओ। इस तरह का इतिहास ना भी ये जिहड़ी कौम है सिख जिहड़े हन जिवें कपड़े उतारी दे हन इस तरह खल्लां उतारन वास्ते तैयार हो जाण। गुरु हरगोबिंद साहब महाराज ने शस्त्रां दा अभ्यास करवाया, कसरतां करवाइयां, जंगी अभ्यास करवाए। फिर वो समा आ गया जी दी तैयारी विच सन। 4 जंग होए गुरु हरगोबिंद साहब महाराज दे नाल। 4 जंगां विच एक भी हमला महाराज ने आप नहीं किया। साध संगत पहला जंग अमृतसर साहब दे कोल पिपली साहब वाले स्थान ते होया। मुखड़ सखान लाहौर तो आया चढ़ के। साध संगत वो बहाना की बनया एक बाज दा, उन्हां शिकारियां दा बाज बाबा बिधि चंद होरी भी शिकार खेडते सन। इन्हां दी फौजां कोल आ गया। बाबा बिधि चंद होरा कोलों मुगलों के सिपाहियों ने बाज वापस मंगया। बाबा बिधि चंद होरा ने आख्या ये साडे घर दी रीत है, जिहड़ा साडी शरण विच आ जाए असीं उहनूं शरण विच रखना जानते हाँ, उहनूं किसी दे हवाले नहीं करते। उन्होंने धमकियां दित्तियां, दबके मारे, जोर दे नाल उन्होंने बाज लैण दी कोशिश की। बाबा बिधि चंद आखन लगे तुसीं बाज कहंदे हो, असल विच सिखां दे हिरदे विच बड़ा रोस सी। किवें गुरु अर्जन देव महाराज नूं तत्ती लोह ते साड़ साड़ के शहीद किया गया, किवें उन्हां नूं पानी दी देग विच उबाले दे दे के हजूर दा पावन मास पवित्र पानी विच घुल गया उन्हां दा पवित्र मास। असल विच रोस सी बाबा बिधि चंद ते बाकी सिखां दे अंदर। बाबा बिधि चंद आखन लगे तुसीं बाज चाहुंदे हो। बाबा बिधि चंद आखन लगे हुण अपने ताज का फिक्र करो, ताज भी तुहाडे कोलों लेना है। मुगलिया हुकूमत चढ़ के आई। साध संगत घमसान का युद्ध होया और 13 सिख पहले जंग में शहीद होए। दूसरा जंग हरगोबिंदपुर साहब का होया, जिहड़ा नगर गुरु अर्जन देव महाराज ने वसाया सी वो भगवान दास घेरड़ एवें कब्जा करी बैठा सी। गुरु हरगोबिंद साहब महाराज दे नाल उन्हें धक्को जोरी एवें लड़ाई छेड़ लई। साध संग दूसरा जंग हरगोबिंदपुर साहब का होया। तीसरा जंग वो होया जिन्हों असी राती ज्ञानी अरनजीत सिंह जी होड़ी बड़े प्यार दे नाल तीसरे युद्ध का जिक्र कर रहे सन, बड़े विस्तार दे नाल। तीसरा युद्ध होया 2 घोड़ियां तो। भाई की डरोली गुरु हरगोबिंद साहब महाराज भाग ला रहे सन,
ਮਹਾਰਾਜ ਜੀ ਦੇ ਸਾਂਢੂ ਭਾਈ ਸਾਈਂ ਦਾਸ ਦਾ ਪਿੰਡ ਸੀ। ਸਿੱਖ ਸੰਗਤ ਬੈਠੀ ਸੀ, ਸਿੱਖ ਸੰਗਤ ਆਈ, ਇੱਕ ਸਿੱਖ ਉੱਠ ਕੇ ਖੜਾ ਹੋ ਗਿਆ, ਉਹਦੇ ਬੁੱਲ ਫੜਕ ਰਹੇ ਸਨ, ਉਹਦੇ ਨੇਤਰਾਂ ਵਿੱਚ ਜਲ ਸੀ। ਹੱਥ ਜੋੜ ਕੇ ਆਖਣ ਲੱਗਾ, ਮਹਾਰਾਜ ਮੈਂ ਮੰਡੀ ਵਿੱਚ ਗਿਆ ਅੱਜ ਤੋਂ ਕਈ ਸਾਲ ਪਹਿਲਾਂ। ਮਹਾਰਾਜ ਕਾਬਲ ਦੀ ਘੋੜਿਆਂ ਦੀ ਮੰਡੀ ਵਿੱਚ ਜਾ ਕੇ ਜਿਹੜੇ ਸਭ ਤੋਂ ਵਧੀਆ ਘੋੜਿਆਂ ਦੇ ਵਛੇਰੇ ਸਨ ਉਹ ਮੈਂ ਖਰੀਦੇ। ਮਹਾਰਾਜ ਮੈਂ ਬੜੇ ਪਿਆਰ ਦੇ ਨਾਲ ਪਾਲੇ। ਮਹਾਰਾਜ ਘੋੜੇ ਬੜੇ ਕੱਦ ਵਾਲੇ ਸਨ, ਮਹਾਰਾਜ ਘੋੜੇ ਬੜੇ ਨਸਲ ਦੇ ਸਨ। ਮਹਾਰਾਜ ਜੀ ਅਰਬੀ ਘੋੜੇ ਸਨ। ਮਹਾਰਾਜ ਉਹਨਾਂ ਘੋੜਿਆਂ ਤੇ ਮੈਂ ਚੜ੍ਹ ਕੇ ਨਹੀਂ ਦੇਖਿਆ, ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕਰਕੇ ਮੈਂ ਤੁਹਾਡੇ ਘੋੜੇ ਸਮਝ ਕੇ ਪਾਲੇ। ਤੁਹਾਡਾ ਹੁਕਮ ਪਹੁੰਚਿਆ ਸੀ ਘੋੜੇ ਲੈ ਕੇ ਆਓ। ਮਹਾਰਾਜ ਘੋੜੇ ਲੈ ਕੇ ਆ ਰਿਹਾ ਸਾਂ, ਸੰਗਤ ਵੀ ਨਾਲ ਸੀ। ਮਹਾਰਾਜ ਲਾਹੌਰ ਦੇ ਸੂਬੇ ਨੇ ਮੇਰੇ ਕੋਲੋਂ ਘੋੜੇ ਖੋਲੇ ਹਨ। ਉਹ ਸਿੱਖ ਦੇ ਨੇਤਰਾਂ ਵਿੱਚ ਜਲ ਸੀ। ਸਿੱਖ ਫੜਕਦੇ ਬੁੱਲਾਂ ਨਾਲ ਆਖਣ ਲੱਗਾ, ਮਹਾਰਾਜ ਮੈਂ ਇੱਕ ਦਾ ਨਾਮ ਦਿਲਬਾਗ ਰੱਖਿਆ ਸੀ, ਮਹਾਰਾਜ ਮੈਂ ਇੱਕ ਦਾ ਨਾਮ ਗੁਲਬਾਗ ਰੱਖਿਆ ਸੀ। ਮਹਾਰਾਜ ਘੋੜੇ ਬੜੇ ਸੋਹਣੇ ਸਨ। ਮਹਾਰਾਜ ਜਦੋਂ ਮੈਂ ਲਗਾਮਾਂ ਪਾ ਕੇ ਤੁਹਾਡੇ ਵੱਲ ਨੂੰ ਤੁਰਿਆ, ਮੇਰੇ ਮਨ ਵਿੱਚ ਰੀਸ ਸੀ ਜਦੋਂ ਇਹ ਲਗਾਮਾਂ ਛੇਵੇਂ ਪਾਤਸ਼ਾਹ ਪਕੜਨਗੇ। ਮਹਾਰਾਜ ਦਿਲ ਵਿੱਚ ਰੀਸ ਸੀ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਮਹਾਰਾਜ ਜਦੋਂ ਤੁਸੀਂ ਖੁਸ਼ ਹੋਣਾ ਸੀ, ਮੇਰੇ ਤੇ ਜਨਮ ਮਰਨ ਦੇ ਗੇੜ ਕੱਟੇ ਜਾਣੇ ਸਨ। ਮਹਾਰਾਜ ਮੈਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਮਿਲ ਜਾਣੀਆਂ ਸਨ। ਸਿੱਖ ਦੇ ਨੇਤਰਾਂ ਵਿੱਚ ਜਲ ਸੀ। ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪਿਆਰ ਨਾਲ ਆਖਣ ਲੱਗੇ, ਸਿੱਖਾ ਕੋਈ ਗੱਲ ਨਹੀਂ, ਜਦੋਂ ਤੂੰ ਤਬੇਲੇ ਵਿੱਚੋਂ ਘੋੜੇ ਕੱਢ ਕੇ ਸਾਡੇ ਵੱਲ ਨੂੰ ਤੁਰਿਆ ਸਾਂ, ਮਹਾਰਾਜ ਆਖਣ ਲੱਗੇ ਮੈਂ ਤੇ ਲਗਾਮਾਂ ਉਦੋਂ ਹੀ ਫੜ ਲਈਆਂ ਸਨ, ਤੇਰੇ ਵੱਲੋਂ ਸਾਨੂੰ ਪਹੁੰਚ ਗਏ, ਸਾਡੇ ਘੋੜੇ ਸਾਨੂੰ ਪਹੁੰਚ ਗਏ ਹਨ। ਸਿੱਖ ਉੱਠ ਕੇ ਖੜੇ ਹੋ ਗਏ, ਆਖਣ ਲੱਗੇ ਮਹਾਰਾਜ ਤੁਹਾਡੇ ਘੋੜੇ ਖੋਹ ਲਏ। ਸਿੱਖਾ ਤੂੰ ਦੱਸਿਆ ਸੀ ਵੀ ਇਹ ਛੇਵੇਂ ਪਾਤਸ਼ਾਹ ਦੇ ਘੋੜੇ ਨੇ। ਆਖਣ ਲੱਗਾ ਮੈਂ ਦੱਸਿਆ ਸੀ। ਮਹਾਰਾਜ ਤੁਹਾਡੇ ਘੋੜੇ ਖੋਹ ਲਏ, ਮਹਾਰਾਜ ਹੁਣੇ ਹਮਲਾ ਕਰਨਾ ਚਾਹੀਦਾ। ਸਿੱਖ ਆਖਣ ਲੱਗੇ ਮਹਾਰਾਜ ਇਹ ਬੜੀ ਵਧੀਕੀ ਹੈ, ਹੁਣੇ ਸਾਨੂੰ ਘੋੜਿਆਂ ਵਾਸਤੇ ਹਮਲਾ ਕਰਨਾ ਚਾਹੀਦਾ। ਬਾਬਾ ਬਿਧੀ ਚੰਦ ਜੀ ਉੱਠੇ, ਆਖਣ ਲੱਗੇ ਸਿੱਖ ਸੰਗਤ ਜੀ ਬੈਠੋ, ਗੁਰੂ ਕੇ ਸਿੱਖੋ ਬੈਠੋ, ਗੱਲ ਤੇ ਘੋੜਿਆਂ ਦੀਆਂ ਨਾ, ਤੇ ਘੋੜੇ ਆਪਾਂ ਜੇ ਜੰਗ ਕਰਨ ਤੋਂ ਬਗੈਰ ਹੀ ਲੈ ਆਈਏ ਤੇ ਜੰਗ ਕਰਨ ਦੀ ਕੀ ਲੋੜ ਹੈ। ਬਾਬਾ ਬਿਧੀ ਚੰਦ ਜੀ ਆਖਣ ਲੱਗੇ ਅਸੀਂ ਤੇ ਲੋਕਾਂ ਦੇ ਨਹੀਂ ਸੀ ਛੱਡਦੇ ਹੁੰਦੇ, ਇਹ ਤੇ ਫਿਰ ਸਾਡੇ ਆਪਣੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬਿਧੀ ਚੰਦ ਜੀ ਆਖਣ ਲੱਗੇ ਮਹਾਰਾਜ ਚੋਰੀਆਂ ਕਰਦਾ ਸਾਂ, ਮਹਾਰਾਜ ਇੱਕ ਦਿਨ ਚੋਰੀ ਕਰਦਾ ਪਕੜਿਆ ਚੱਲਿਆ ਸਾਂ। ਮਹਾਰਾਜ ਤੇਰੇ ਬਾਪੂ ਨਾਲ ਵਾਅਦਾ ਕੀਤਾ ਸੀ ਇੱਕ ਦਿਨ ਬਚਾਲਾ, ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਮਹਾਰਾਜ ਤੇਰੇ ਬਾਪੂ ਨਾਲ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨਾਲ ਵਾਅਦਾ ਕੀਤਾ ਸੀ ਅੱਜ ਤੋਂ ਬਾਅਦ ਚੋਰੀ ਛੱਡੀ। ਮਹਾਰਾਜ ਤੁਹਾਡੇ ਪਿਤਾ ਜੀ ਨੇ ਕਿਹਾ ਸੀ ਗੁਰੂ ਅਰਜਨ ਦੇਵ ਨੇ, ਅੱਜ ਤੋਂ ਬਾਅਦ ਬਿਧੀ ਚੰਦਾ ਚੋਰੀ ਨਾ ਕਰੀ। ਮਹਾਰਾਜ ਤੁਸੀਂ ਤੇ ਸਮਰੱਥ ਹੋ, ਤੁਸੀਂ ਤੇ ਘੋੜੇ ਮੰਗਾ ਸਕਦੇ ਹੋ ਜਿਵੇਂ ਚਾਹੋ, ਪਰ ਮੇਰਾ ਮਨ ਕਹਿੰਦਾ ਹੈ ਵੀ ਉਹ ਘੋੜੇ ਮੈਂ ਚੋਰੀ ਕਰਕੇ ਲਿਆ ਸਕਦਾ ਤੁਹਾਡੀ ਕਿਰਪਾ ਨਾਲ। ਮਹਾਰਾਜ ਮੈਂ ਚੋਰੀ ਛੱਡਣ ਦਾ ਵਾਅਦਾ ਕੀਤਾ ਸੀ ਤੁਹਾਡੇ ਬਾਪੂ ਜੀ ਨਾਲ, ਹੁਣ ਮੈਨੂੰ ਕੀ ਹੁਕਮ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਬਾਬਾ ਬਿਧੀ ਚੰਦ ਜੀ ਆਪਣਾ ਹੱਕ ਵਾਪਸ ਲਿਆਉਣਾ ਇਹਨੂੰ ਚੋਰੀ ਨਹੀਂ ਕਹਿੰਦੇ, ਦੂਸਰੇ ਦਾ ਹੱਕ ਆਪਣੇ ਘਰ ਵਿੱਚ ਲਿਆਉਣਾ ਇਹਨੂੰ ਚੋਰੀ ਕਹਿੰਦੇ ਹਨ। ਬਾਬਾ ਬਿਧੀ ਚੰਦ ਜਾਂ ਅਸੀਂ ਤੇਰੇ ਨਾਲ ਹਾਂ। ਦੋ ਘੋੜੇ ਲੈ ਕੇ ਆਏ, ਕਮਸਾਨ ਦਾ ਯੁੱਧ ਹੋਇਆ, ਦੋ ਘੋੜੇ ਤੇ ਬਾਬਾ ਬਿਧੀ ਚੰਦ ਵਾਰੀ ਵਾਰੀ ਲੈ ਆਏ। ਸਾਧ ਸੰਗਤ ਜਦੋਂ ਘੋੜੇ ਲੈ ਕੇ ਆਏ ਤੇ ਬਾਬਾ ਬਿਧੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੀਨੇ ਨਾਲ ਲਾਇਆ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਪਰ ਬੜਾ ਵੱਡਾ ਕਮਸਾਨ ਦਾ ਯੁੱਧ ਹੋਇਆ। ਲੱਲਾ ਬੇਗ ਤੇ ਕਮਰ ਬੇਗ ਆਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉਸ ਜੰਗ ਵਿੱਚ ਸਾਧ ਸੰਗਤ ਜਿਵੇਂ ਗਿਆਨੀ ਅਰਨਜੀਤ ਸਿੰਘ ਰਾਤੀ ਦੱਸ ਰਹੇ ਸਨ ਵੀ ਉਹਨਾਂ ਦੀ ਫੌਜ ਤੇ ਤਕਰੀਬਨ 25,000 ਤੋਂ ਉੱਪਰ ਵੀ ਮਾਰੀ ਗਈ, 35,000 ਦੇ ਕਰੀਬ ਫੌਜ ਮਾਰੀ ਗਈ, ਪਰ 1200 ਸਿੱਖ ਸ਼ਹੀਦ ਹੋਇਆ ਇਸ ਦੋ ਘੋੜਿਆਂ ਦੀ ਲੜਾਈ ਤੋਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਚੌਥਾ ਜੰਗ ਫਿਰ ਕਰਤਾਰਪੁਰ ਸਾਹਿਬ ਦਾ ਹੋਇਆ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਪੰਜਣ ਗੁਰ ਸੂਰਮਾ ਸਨ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਏਡੀ ਹਿੰਮਤ ਭਰੀ, ਏਡੀ ਜੁਰਤ ਸਿੱਖਾਂ ਵਿੱਚ ਭਰੀ ਵੀ ਘਾਹ ਖੋਤਣ ਵਾਲੇ ਵੀ ਬਾਦਸ਼ਾਹ ਦੇ ਅਗਲੇ ਪਾਸੇ ਅੜ ਜਾਂਦੇ ਸਨ। ਦਿੱਲੀ ਦੇ ਕੋਲ ਹੀ ਆਗਰਾ ਨਗਰ, ਇੱਥੇ ਇੱਕ ਘਾਹ ਖੋਤਣ ਵਾਲਾ ਘਾਈ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ ਹਨ,
एक पासे कैंप लगा होया छेवें पातशाह का, दूसरे पासे कैंप लगा होया जहांगीर का। एक घाह खोतन वाला काही, उन्होंने पता लगा भी छेवें पातशाह साडी नगरी के बाहर आए हैं। उन्हें घाह खोतिया। साध संगत भाई वीर सिंह जी कहते ने उस दिन घाह खोतन का ढंग ही वखरा से। घाह खोतरदा है बड़े प्यार दे नाल गुरु हरगोबिंद साहब महाराज जी के घोड़ियां वास्ते। घाह के बूटे कोल बैठता है, जेड़ा घाह का बूटा जड़ां तो लैके करुंबलियां तक हरा होए उन्होंने खोत लैंदा है, जिहदे विच सोक आई होवे। ये घाई कहंदा मित्रा तेरे विच सोक आ गई है, तेनू मैं कल खोतर के बाजार विच वेचांगा। मेरे पातशाह दे दरबार विच हरे ही कबूल हुंदे हन, पाव के जिन्हां दे दिल विच प्यार है उही मेरे मालक दे दर ते प्रवान हुंदे हन। घाह दी पंड खोती भलेखे दे नाल जहांगीर दे कैंप विच चला गया, जहांगीर दे डेरे चला गया। उन्हें भी पग बद्धी कलगी लाई हुई। सुनिया सी छेवें पातशाह कलगी लाउंदे ने हीरियां जड़ी। घाह दी पंड रखी, टका रखिया ते उच्ची सारी आखन लगा महाराज जहांगीर दे पैरां ते मत्था टेक के टका रख के घाह दी पंड तर के, महाराज मैनू बचा लो, महाराज मेरी रख्या करो, महाराज मैनू बचा लो, सच्चे पातशाह बचा लो। इतिहास कहंदा भी गुरु हरगोबिंद साहब महाराज नूं सच्चा पातशाह लोग सारे कहन लग पे सन। दीन दुनी दा पातशाह। जहांगीर ने सोचा भी इनू भुलेखा लग गया जापदा। जहांगीर आखन लगा तेनू किहदे कोलों बचावां, किहड़ा तेनू तंग करदा है, दस तेनू किहड़ा परेशान करदा, उन्हें मैं सजा देंगा, उन्होंने धरती च गड्ढ के मार देंगा, दस तेनू कौन तंग करदा है। ये घाई आखन लगा जी मैनू मौत के डर तो बचाओ, जन्म मरण तो बचाओ, जमा के डर तो बचाओ। ते मैं कहना जहांगीर दे शाबाश भाई जिन्हें सच बोलिया। जहांगीर कहन लगा मित्रा जे जन्म मरण कट्टण वाला सच्चा पातशाह हुंदा है, मौत के डर तो बचाउण वाले नूं सच्चा पातशाह कहंदे ने, ते ओ मैं नहीं हाँ, वो सच्चे पातशाह दा डेरा आओ है। घाई आखन लगा कि तुसी सच्चे पातशाह नहीं हो। आखन लगा जेड़ा सच्चा पातशाह तू कहना उन्हां दा डेरा अगे है, जेड़े जन्म मरण दा गेड़ कटदे हन। घाह दी पंड चुक लई ते रखिया होया टका वापस चुक लिया। हरगोबिंद साहब महाराज दे दरबार विच गया। गुरु हरगोबिंद साहब महाराज ने इहदे घाह दी पंड आप उतारी। हजूर आखन लगे सिखा तू निहाल होया, सिखा तू निहाल होया। मैं ते अज भी गुरु नानक साहब दे नाम लेवा सिखां नूं बेनती करांगा भाई जे कोई भुलेखे ना इधर उधर चलिया गया है तो वापस आ जाओ। छेवें पातशाह ते अज भी उड़ीक रहे हैं। साध संगत जदों को सिख अपने सच्चे पातशाह नूं टका भी भेंट करदा है, गुरु निहाल कर दिंदा है। जिन्हां दे दुआरियां ते असीं बैठे आ, भावें सब कुछ ही कारोबार उन्हां दी भेटा कर दी, निहाल नहीं होना। टका रखिया ते छेवें पातशाह कहन लगे सिखा तू निहाल होया, निहाल होया। छेवें पातशाह महाराज सच्चे पातशाह मोहसिन फानी कहंदा मैं उन्हां दा चौथा जंग आप वेख्या है। जिथे दल भंजन गुरसूरमा सन उथे पर उपकार भी बहुत सन। उन्हां दे हत्थीं पालिया होया पैंदे खां जदों उन्हां नाल आप लड़न आया, वार ते वार करदा, वार ते वार करदा। छेवें पातशाह महाराज कहंदे पैंदे खां याद रख जेड़े मैं तेनू जंग दे हुनर सिखाए सन तू एक भी हुनर अज नहीं दिखा सकिया। जदों उन्हें फिर एक पैंदे खां दे कोल एक दास सी, जदों उहदा कोई वार न चले दुश्मन दे घोड़े थल्ले वड़ के दुश्मन अते घोड़े नूं जरनैल समेत पटका के मारदा सी। अपने घोड़े तो उतर के ने आखिरी वार करन वास्ते घोड़े दे हेठ वड़िया। गुरु हरगोबिंद साहब महाराज ने ढाल दे नाल इहदे सिर विच वार कीता। ये डिग पिया, इहदा सिर फट गया। दीन दयाल सतगुरु अपने हत्थीं पाले होए नूं अपने हत्थीं उहदा अंत समा देख के हजूर दा दिल दरब गया। घोड़े तो उतरे, गोदी विच सिर रख लिया। हजूर आखन लगे पैंदे खां पुत्र मैं तैनूं पुत्रा वांग पालिया सी, पुत्र तेरे हुण जान दा वेला है, हुण खुदा दा नाम जप, हुण कलमा पढ़। ये नहीं आख्या तू जपजी साहब दा पाठ कर। हजूर आखन लगे हुण कलमा पढ़, खुदा नूं याद कर, तेरे जान दा वेला। पैंदे खाने पछतावा कीता महाराज भुल्लणहार हां,
महाराज तू मैनू पुत्ता वांग पालिया, हंकार ने मैनू इत्थों तक लै आंदा। महाराज तू ही हुण मेरा कलमा ते तू ही मेरा खुदा। महाराज किरपा कर, बख्शिश कर। महाराज मेरे भुल्लां नूं माफ कर दे। हजूर ने प्रभु के चरणों में लीन होने वास्ते पैंदे खान की अरदास भी आप की। जिथे गुरु जी वड़ जोधा बहु परोपकारी सन, उत्थे पर उपकार का पुतला सन धन गुरु हरगोबिंद साहब महाराज सच्चे पातशाह। अज का पावन शब्द जो बाला प्रीतम श्री गुरु हरगोबिंद साहब महाराज जी के घर में श्री गुरु ग्रंथ साहब महाराज जी की लड़ीवार कथा चल रही है। चलती हुई नित की मर्यादा मुताबक अज का पावन शब्द जो राग बिलावल विच है, श्री गुरु अमरदास महाराज जी का उचारण किया होया है। बिलावल महला तीजा धन गुरु अमरदास महाराज जी का उचारण किया होया पावन शब्द है। हजूर कहंदे ने अतुल क्यों तोले जाए। महाराज आखन लगे, हे भाई वो मेरा परमेश्वर अतुल है। जेड़ा अतुल होवे उन्होंने किवें तोलिया जा सकता है, भाव कि वो बेअंत है। ओदी ताकत नूं ओदी हस्ती नूं मापिया नहीं जा सकता। महाराज कहंदे ने दूजा होए तां सोजी पाए। महाराज आखन लगे, जे कोई मेरे परमेश्वर दे बराबर दा होवे ते तां ही उन्होंने समझ आवे ना भी रब किड्डा क वड्डा है। सुन वड्डा आखै सब कोई, केवड़ वड्डा डीठा होए। किड्डा क वड्डा है। महाराज आखन लगे तां ही आ ना जे किसी ने देखा होवे ते। भगत रविदास जी कहते ने जैसा तू तैसा तू ही क्या उपमा दीजै। गुरु नानक देव जी महाराज कहते गुण एहो होर ना ही कोई, ना को होवा ना को होए। धन गुरु अर्जन देव जी महाराज कहते ने तिस ते दूजा नाही कोए। गुरु अर्जन देव जी महाराज कहते ने जिन्ने भी जीव हैं ये मेरे मालक दी अंश वंश है। महाराज आखन लगे सारे जी उसे दे हन, उसे तो ही बने हन। महाराज भगत नाम देव जी का पावन बचन है। हजूर कहंदे ने जल तरंग यार फेन बुध बुधा, जल ते भिन्न ना होई। भगत नाम देव जी कहंदे ने जिवें पानी, पानी दियां लहरां, पानी ते आई हुई झग ते पानी ते आए हुए बुलबुले, ये पानी तो वखरे नहीं होंदे। झग भी पानी तो बनी है, ये बुलबुले, ये तरंगा, ये लहरां, इन्हां विच कोई फर्क नहीं। हजूर कहंदे ने यह परपंच पार ब्रह्म की लीला, विचरत आना ना होई। भगत नामदेव जी कहंदे ने जे विचार करके देखोगे परमेश्वर ते परमेश्वर दे जीवां विच बहुती विथ नहीं है, उसे तो सारे जीव बने हैं। हजूर कहंदे ने तिस दी कीमत की को होए। महाराज आखन लगे जिस रब वर्गा होर कोई नहीं है, ओदी मैं वड्याई की दस सकदा हां, ओदी कीमत कौन दस सकदा है। साध संगत श्री राग विच गुरु नानक देव जी महाराज सच्चे पातशाह कहंदे हन, हजूर कहंदे ने जे मेरी करोड़ां वरियां दी भी उम्र हो जाए ना, कोट कोटि मेरी आरजा पवन पीण पियो। महाराज आखन लगे करोड़ां वरियां दी मेरी उम्र हो जाए, हवा ही मेरा खाना पीना बन जाए, चंद सूरज दोए गुफा ना देखा, सुपने सौन न था। इहो जी गुफा विच वड़ के समाधि करां भी चंद अते सूरज मैं कदे देखा ही ना, इन्नी लंबी समाधि लावां। पर हजूर कहंदे ने इन्नी लंबी समाधि ला के भी करोड़ों वरियां दी उम्र हो जाए। हजूर कहंदे ने भी तेरी कीमत ना पवै, हूं केवड़िया खाना, हूं केवड़िया खाना। महाराज आखन लगे किन्नी क तेरी वड्याई दसा, तू वड्या तो वड्डा है। जपजी साहब जी की बाणी च गुरु नानक देव जी महाराज कहंदे ने भाई नानक वड्डा आखी है, आपे जाना है आप, उन्होंने वड्डा वड्डा कहना चाहिए है। किन्ना क वड्डा है वो मेरा मालक आप ही जानता है। हजूर कहंदे ने सच्चे पातशाह महाराज एडा वड्डा मालक गुर प्रसाद वसै माणया, एडा मेरा वड्डा मालक जे गुरु की कृपा होए मन विच वस जाता है। साध संगत मूल मंत्र विच महाराज ने रब की परिभाषा बयान करके हजूर कहंदे ने गुर प्रसाद।
ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਅੱਜ ਦੀ ਰਹਾਉ ਦੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਭਾਈ ਜੇ ਗੁਰੂ ਦੀ ਕਿਰਪਾ ਹੋਏ ਤੇ ਮਨ ਵਿੱਚ ਵਸ ਜਾਂਦਾ ਹੈ। ਸਾਧ ਸੰਗਤ, ਇੱਕ ਮੈਂ ਬੇਨਤੀ ਕਰਾਂਗਾ ਆਪ ਜੀ ਦੇ ਚਰਨਾਂ ਵਿੱਚ, ਇੱਕ ਸ਼ਬਦ ਆਉਂਦਾ ਮੂਲ ਮੰਤਰ ਵਿੱਚ, ਪੁਰਖ ਜੀ ਦਾ ਭਾਵ ਹੈ ਵੀ ਹਰ ਥਾਂ ਵਿਆਪਕ ਹੈ। ਇਹਦਾ ਭਾਵ ਇਹ ਹੋਇਆ ਕਿ ਰੱਬ ਸਾਰਿਆਂ ਵਿੱਚ ਵਸਦਾ ਹੈ, ਗੁਰਮੁਖਾਂ ਦੇ ਵਿੱਚ ਵੀ ਵਸਦਾ ਹੈ, ਮਨਮੁਖਾਂ ਦੇ ਵਿੱਚ ਵੀ ਵਸਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਰੱਬ ਅਤੇ ਮਨੁੱਖ ਦੋਵੇਂ ਇੱਕੋ ਘਰ ਵਿੱਚ ਹੀ ਰਹਿੰਦੇ ਹਨ, ਇਕੱਠੇ ਹੀ ਰਹਿੰਦੇ ਨੇ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਇੱਕੋ ਘਰ ਵਿੱਚ ਰਹਿੰਦੇ ਹਨ, ਇਕੱਠੇ ਰਹਿੰਦੇ ਹਨ। ਪਰ ਦੁੱਖ ਦੀ ਬਾਤ ਹੈ, ਮਿਲ ਬਾਤ ਨਾ ਕਰਤੇ ਭਾਈ। ਇਹਨਾਂ ਦੀ ਆਪਸ ਵਿੱਚ ਗੱਲਬਾਤ ਕੋਈ ਨਹੀਂ ਹੁੰਦੀ, ਰਹਿੰਦੇ ਤੇ ਇਕੱਠੇ ਹਨ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਇਕੱਠੇ ਰਹਿੰਦੇ ਨੇ, ਇੱਕੋ ਘਰ ਵਿੱਚ ਰਹਿੰਦੇ ਨੇ, ਪਰ ਦੁੱਖ ਦੀ ਬਾਤ ਇਹ ਮਿਲ ਬਾਤ ਨਾ ਕਰਤੇ ਭਾਈ। ਆਪੋ ਚ ਇਹਨਾਂ ਦੀ ਗੱਲਬਾਤ ਕੋਈ ਨਹੀਂ ਹੁੰਦੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿੰਨਾ ਚਿਰ ਰੱਬ ਦੇ ਨਾਲ ਗੱਲਬਾਤ ਨਹੀਂ ਨਾ ਹੁੰਦੀ। ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਦਾ ਇੱਕ ਪਾਵਨ ਬਚਨ ਹੈ, ਭਗਤਾਂ ਦੀ ਬਾਣੀ ਵਿੱਚ ਵੀ ਆਇਆ, ਇਹ ਵਿਛੋੜਾ ਉਹਨੂੰ ਨਹੀਂ ਕਹਿੰਦੇ ਵੀ ਪਤੀ ਪਰਦੇਸ ਗਿਆ ਹੋਵੇ। ਵਿਛੋੜਾ ਉਹਨੂੰ ਕਹਿੰਦੇ ਨੇ ਪਤੀ ਘਰ ਵਿੱਚ ਹੋਵੇ ਪਰ ਬੋਲ ਚਾਲ ਕੋਈ ਨਾ ਹੋਵੇ। ਏਕਾ ਸੇਜ ਪੈ ਮਿਲਣ ਦੁਹੇਰਾ, ਇਕੱਠੇ ਰਹਿੰਦੇ ਹੋਣ ਪਰ ਬੋਲਣਾ ਔਖਾ ਹੋਵੇ, ਆਪਸ ਚ ਨਾਰਾਜ਼ਗੀ ਹੋਵੇ, ਉਹਨੂੰ ਵਿਛੋੜਾ ਕਹਿੰਦੇ ਨੇ। ਗੁਰਦੇਵ ਕਹਿੰਦੇ ਨੇ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਜਿੰਨਾ ਚਿਰ ਰੱਬ ਨਾਲ ਗੱਲਬਾਤ ਨਹੀਂ ਨਾ ਹੁੰਦੀ, ਰੱਬ ਇਸ ਘਰ ਵਿੱਚ ਹੀ ਰਹਿੰਦਾ ਹੈ। ਏਕ ਬਸਤ ਬਿਨ ਪੰਚ ਦੁਹੇਲੇ, ਸਾਡੇ ਪੰਜ ਗਿਆਨ ਇੰਦਰੇ, ਜਿੰਨੀ ਦੇਰ ਉਹ ਵਸਤੂ ਪ੍ਰਾਪਤ ਨਹੀਂ ਹੁੰਦੀ ਅੰਦਰ ਰੱਖੀ ਹੋਈ, ਸਾਡੇ ਗਿਆਨ ਇੰਦਰੇ ਦੁਖੀ ਹੀ ਰਹਿੰਦੇ ਹਨ। ਹਜ਼ੂਰ ਕਹਿੰਦੇ ਨੇ, ਉਹ ਬਸਤ ਅਗੋਚਰ ਠਾਈ, ਗਿਆਨ ਇੰਦਰਿਆਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੈ। ਹਜ਼ੂਰ ਕਹਿੰਦੇ ਨੇ, ਜਿਸ ਕਾ ਗ੍ਰਹਿ, ਜਿਨੇ ਇਹ ਘਰ ਬਣਾਇਆ ਹੈ, ਤਿੰਨ ਦੀਆ ਤਾਲਾ, ਜਿਨੇ ਘਰ ਬਣਾਇਆ ਉਹਨੇ ਤਾਲਾ ਮਾਰ ਦਿੱਤਾ ਹੈ। ਕੁੰਜੀ ਗੁਰ ਸੰਪਾਈ, ਮਹਾਰਾਜ ਨੇ ਇੱਕ ਬੜੀ ਕੀਮਤੀ ਵਸਤੂ ਸਾਡੇ ਅੰਦਰ ਰੱਖ ਕੇ ਇਹਨੂੰ ਤਾਲਾ ਮਾਰ ਕੇ ਕੁੰਜੀ ਕਿਹਨੂੰ ਫੜਾ ਦਿੱਤੀ? ਕੁੰਜੀ ਗੁਰ ਸੰਪਾਈ, ਕੁੰਜੀ ਪੂਰੇ ਗੁਰੂ ਨੂੰ ਫੜਾ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਅਨੇਕ ਉਪਾਵ ਕਰੇ ਨੇ ਛੂਟੈ ਬਿਨ ਸਤਿਗੁਰ ਸ਼ਰਨਾਈ। ਭਾਈ ਜੰਦਰਾ ਵੱਜਾ ਹੋਇਆ ਹੈ, ਸਾਡੇ ਅੰਦਰ ਇੱਕ ਬੜੀ ਕੀਮਤੀ ਵਸਤੂ ਹੈ। ਮਹਾਰਾਜ ਆਖਣ ਲੱਗੇ, ਕੁੰਜੀ ਪੂਰੇ ਗੁਰੂ ਦੇ ਕੋਲ ਹੈ। ਮੈਂ ਤੇ ਬੇਨਤੀ ਕਰਦਾ ਉਹਨਾਂ ਸਾਧ ਸੰਗਤ, ਅਸੀਂ ਬਾਕੀ ਧਰਮਾਂ ਦੀ ਗੱਲ ਨਹੀਂ ਕਰਦੇ। ਜਿਹੜਾ ਚਾਹੁੰਦਾ ਹੈ ਮੈਂ ਗੁਰਦੇਵ ਦੇ ਚਰਨਾਂ ਵਿੱਚ ਗੁਰਦੇਵ ਨਾਲ ਇੱਕਮਿਕ ਹੋਵਾਂ, ਉਹਨੂੰ ਪੰਜ ਪਿਆਰਿਆਂ ਦੇ ਦਰਵਾਜ਼ੇ ਥਾਈ ਲੰਘਣਾ ਪਏਗਾ ਸਿਰ ਝੁਕਾ ਕੇ। ਮਹਾਰਾਜ ਕਹਿੰਦੇ ਨੇ, ਭਾਈ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਜੀ ਦੀ ਕਿਰਪਾ ਨਾਲ ਉਹ ਮੇਰਾ ਪਰਮੇਸ਼ਰ ਮਨ ਵਿੱਚ ਵਸ ਜਾਂਦਾ ਹੈ। ਸਾਧ ਸੰਗਤ, ਪਤਾ ਕਿਵੇਂ ਲੱਗੇ ਵੀ ਗੁਰੂ ਦੀ ਕਿਰਪਾ ਹੋ ਗਈ ਹੈ? ਮੈਂ ਤੇ ਬੇਨਤੀ ਕਰਾਂਗਾ ਵੀ ਸਿੱਧ ਗੋਸ਼ਟ ਦੀ ਬਾਣੀ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਬੜੇ ਕੀਮਤੀ ਸਵਾਲ ਜਵਾਬ ਕੀਤੇ ਨੇ। ਸਿੱਧ ਗੋਸ਼ਟ ਦੀ ਬਾਣੀ 'ਚ ਚਰਪੜ ਜੋਗੀ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਨੂੰ, ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸੱਚ ਵਿਚਾਰੋ। ਮਹਾਰਾਜ, ਮੈਂ ਇੱਕ ਸੱਚੀ ਗੱਲ ਪੁੱਛਦਾ ਤੁਹਾਡੇ ਕੋਲੋਂ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ? ਮਹਾਰਾਜ ਜੀ ਗੁੱਸਾ ਨਾ ਕਰਿਓ, ਮਹਾਰਾਜ ਜੀ ਕਿਰਪਾ ਕਰਕੇ ਉੱਤਰ ਦਿਓ, ਜਵਾਬ ਦਿਓ ਕਿ ਕਿਵੇਂ ਪਤਾ ਲੱਗੇ ਵੀ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ, ਗੁਰੂ ਦਾ ਮਿਲਾਪ ਹੋ ਗਿਆ ਹੈ। ਤੁਸੀਂ ਕਹਿੰਦੇ ਗੁਰੂ ਰਾਹੀਂ ਪਰਮੇਸ਼ਰ ਮਿਲਦਾ, ਪਤਾ ਕਿਵੇਂ ਲੱਗੇ ਗੁਰੂ ਨਾਲ ਮਿਲਾਪ ਹੋ ਗਿਆ ਹੈ, ਗੁਰੂ ਦਾ ਦਰ ਪ੍ਰਾਪਤ ਹੋ ਗਿਆ? ਇਹ ਮਹਾਰਾਜ ਨੂੰ ਕਿਉਂ ਆਖਿਆ ਵੀ ਗੁੱਸਾ ਨਾ ਕਰਿਓ? ਜਿਹੜਾ ਉਹਨੇ ਪਹਿਲਾ ਸਵਾਲ ਕੀਤਾ ਨਾ, ਦੁਨੀਆ ਸਾਗਰ ਦੁੱਤਰ ਤਰਿਆ ਕਿਉਂ ਕਰ ਪਾਈਆ ਪਾਰੋ, ਇਹ ਦੁੱਤਰ ਸਾਗ ਨੂੰ ਕਿਵੇਂ ਤਰਿਆ ਜਾ ਸਕਦਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਚਰਪੜ ਜੋਗੀ, ਪਤਾ ਤੈਨੂੰ ਹੈ ਵੀ ਕਿਵੇਂ ਤਰਿਆ ਜਾਂਦਾ, ਪਰ ਤੂੰ ਜਾਣ ਕੇ ਮੇਰੇ ਕੋਲੋਂ ਪੁੱਛਦਾ। ਮਹਾਰਾਜ ਆਖਣ ਲੱਗੇ, ਆਪ ਤੂੰ ਸਾਗਰ ਤੋਂ ਬਾਹਰ ਬੈਠਾ ਤੇ ਪੁੱਛਣਾ ਇਹ ਆ ਵੀ ਤਰਿਆ ਕਿਵੇਂ ਜਾ ਸਕਦਾ? ਮਹਾਰਾਜ ਆਖਣ ਲੱਗੇ, ਕੋਈ ਬੰਦਾ ਪਾਣੀ ਵਿੱਚ ਆਖੇ ਮੈਨੂੰ ਤੈਰਨ ਦੀ ਜਾਚ ਸਿਖਾਓ ਤੇ ਪਾਣੀ ਵਿੱਚ ਵੜੇ ਵੀ ਨਾ, ਉਹਨੂੰ ਤਰਨਾ ਸਿਖਾਇਆ ਜਾ ਸਕਦਾ? ਹਜ਼ੂਰ ਕਹਿੰਦੇ, ਰਹਿਣਾ ਤੂੰ ਸੰਸਾਰ ਤੋਂ ਬਾਹਰ ਆ, ਗੁਫਾ ਵਿੱਚ ਬੈਠਾ, ਕਹਿਣਾ ਇਹ ਆ ਵੀ ਸੰਸਾਰ ਸਾਗਰ ਕਿਵੇਂ ਤਰਿਆ ਜਾਏਗਾ? ਹਜ਼ੂਰ ਆਖਣ ਲੱਗੇ, ਫੇਰ ਵੀ ਜਿਹੜਾ ਤੂੰ ਸਵਾਲ ਪੁੱਛਿਆ ਹੈ ਬੜਾ ਕੀਮਤੀ ਹੈ, ਵੀ ਕਿਵੇਂ ਪਤਾ ਲੱਗੇ ਗੁਰੂ ਦਾ ਦਰ ਪ੍ਰਾਪਤ ਹੋ ਗਿਆ? ਸਾਧ ਸੰਗਤ,
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚਰਪਟ ਜੋਗੀ ਧਿਆਨ ਨਾਲ ਸੁਣ, ਗੁਰੂ ਦਾ ਮਿਲਾਪ ਹੋ ਗਿਆ ਕਿ ਨਹੀਂ ਹੋ ਗਿਆ ਉਹਦੀ ਨਿਸ਼ਾਨੀ ਇਹ ਹੈ। ਹਜ਼ੂਰ ਕਹਿੰਦੇ ਨੇ ਇਹ ਮਨ ਚਲ ਤੋਂ ਸੱਚ ਕਰ ਬੈਸੈ, ਨਾਨਕ ਨਾਮ ਆਧਾਰੋ। ਮਹਾਰਾਜ ਆਖਣ ਲੱਗੇ ਇਹ ਜਿਹੜਾ ਚੰਚਲ ਮਨ ਹੈ ਸਦਾ ਰਹਿਣ ਵਾਲੇ ਪਰਮੇਸ਼ਰ ਵਿੱਚ ਜੁੜਿਆ ਰਹਿੰਦਾ ਹੈ। ਮਹਾਰਾਜ ਆਖਣ ਲੱਗੇ ਜਦੋਂ ਚੰਚਲ ਮਨ ਸਦਾ ਹੀ ਉਹਦੇ ਵਿੱਚ ਜੁੜਿਆ ਰਹੇ ਤੇ ਸਮਝ ਲਓ ਵੀ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ। ਜਦੋਂ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਨਾਮ ਹੀ ਬਣ ਜਾਏ, ਆਪੇ ਮੇਲ ਮਲਾਏ ਕਰਤਾ ਲਾਗਿਆ ਸੱਚ ਪਿਆਰੋ। ਹਜ਼ੂਰ ਆਖਣ ਲੱਗੇ ਇਹ ਅਵਸਥਾ ਤਾਂ ਬਣਦੀ ਹੈ ਜੇ ਮੇਰਾ ਮਾਲਕ ਆਪ ਕਿਰਪਾ ਕਰੇ। ਮਹਾਰਾਜ ਆਖਣ ਲੱਗੇ ਭਾਈ ਜਦੋਂ ਉਹਦੇ ਨਾਲ ਸੱਚਾ ਸੁੱਚਾ ਪਿਆਰ ਬਣ ਜਾਏ ਫਿਰ ਗੁਰੂ ਦਾ ਮਿਲਾਪ ਹੁੰਦਾ ਹੈ। ਤੇ ਜਦੋਂ ਗੁਰੂ ਦਾ ਮਿਲਾਪ ਹੋ ਜਾਏ, ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਉਹ ਮਨ ਵਿੱਚ ਵਸ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਤਾਂ ਕੋ ਜਾਣੈ ਦੁਬਦਾ ਜਾਏ, ਜਦੋਂ ਪ੍ਰਭੂ ਮਨ ਵਿੱਚ ਵਸ ਜਾਏ, ਹਜ਼ੂਰ ਆਖਣ ਲੱਗੇ ਰੱਬ ਨਾਲ ਸਾਂਝ ਪੈ ਜਾਂਦੀ ਹੈ, ਮਨੁੱਖ ਦੇ ਅੰਦਰੋਂ ਦੁਬਦਾ ਖਤਮ ਹੋ ਜਾਂਦੀ ਹੈ। ਰਹਾਓ ਆਪ ਸਰਾਫ ਕਸਵੱਟੀ ਲਾਏ, ਮਹਾਰਾਜ ਕਹਿੰਦੇ ਨੇ ਉਹ ਆਪ ਹੀ ਸਰਾਫ ਹੈ। ਸਰਾਫ ਉਹਨੂੰ ਕਹਿੰਦੇ ਨੇ ਜਿਹੜਾ ਸੋਨੇ ਦੇ ਗਹਿਣਿਆਂ ਨੂੰ ਪਰਖਣ ਵਾਲਾ ਹੁੰਦਾ ਪਈ, ਸੋਨਾ ਅਸਲ ਕਿਹੜਾ ਹੈ ਨਕਲ ਕਿਹੜਾ ਹੈ। ਮਹਾਰਾਜ ਆਖਣ ਲੱਗੇ ਆਪ ਹੀ ਪਰਖਣ ਵਾਲਾ ਹੈ ਉਹ ਮੇਰਾ ਪਰਮੇਸ਼ਰ, ਆਪ ਹੀ ਉਹ ਕਸਵੱਟੀ ਤੇ ਲਾਉਣ ਵਾਲਾ ਹੈ। ਜਿਹੜੀ ਸਰਾਫ ਦੇ ਕੋਲ ਕਸਵੱਟੀ ਹੁੰਦੀ ਆ ਨਾ, ਭਾਵ ਕਿ ਉਹ ਵੱਟੀ ਜਿਹਦੇ ਨਾਲ ਰਗੜ ਕੇ ਸਰਾਫ ਵੇਖਦਾ ਵੀ ਸੋਨਾ ਅਸਲਾ ਕਿ ਨਕਲ। ਮਹਾਰਾਜ ਕਹਿੰਦੇ ਨੇ ਮੇਰੇ ਰੱਬ ਦੇ ਕੋਲ ਇੱਕ ਕਸਵੱਟੀ ਹੈ, ਉਹ ਉਸ ਕਸਵੱਟੀ ਤੇ ਹਰ ਇੱਕ ਜੀਵ ਨੂੰ ਲਾ ਕੇ ਵੇਖਦਾ ਵੀ ਇਹ ਪੂਰਾ ਕਿ ਅਧੂਰਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਦੁਨੀਆ ਦੇ ਲੋਕੋ ਯਾਦ ਰੱਖੋ, ਜਿਹੜੀ ਕਸਵੱਟੀ ਮੇਰੇ ਰੱਬ ਦੇ ਕੋਲ ਹੈ ਉਥੇ ਝੂਠਾ ਬੰਦਾ ਪੂਰਾ ਨਹੀਂ ਉਤਰਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਮਹਾਰਾਜ ਆਖਣ ਲੱਗੇ ਜਿਹੜਾ ਦੁਨੀਆ ਵਿੱਚ ਰਹਿੰਦਾ ਹੋਇਆ ਆਪਣੇ ਮਨ ਵੱਲੋਂ ਮਰ ਜਾਏ, ਵਿਕਾਰਾਂ ਵੱਲੋਂ ਮਰ ਜਾਏ, ਝੂਠਾ ਬੰਦਾ ਮੇਰੇ ਰੱਬ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਸਾਧ ਸੰਗਤ ਇਸ ਦੁਨੀਆ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਅਧੂਰਾ ਨਹੀਂ ਕਹਿੰਦਾ, ਮੈਂ ਪੂਰਾ, ਮੈਂ ਪੂਰਾ, ਮੈਂ ਪੱਕਾ ਹਾਂ, ਮੈਂ ਕੱਚਾ ਨਹੀਂ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਾਈ ਕੱਚ ਪਕਾਈ ਉਥੈ ਪਾਏ, ਕੱਚਾ ਕੌਣ ਹੈ ਤੇ ਪੱਕਾ ਕੌਣ ਹੈ ਮੇਰੇ ਰੱਬ ਦੇ ਘਰ ਵਿੱਚ ਗਿਆ ਪਤਾ ਲੱਗੇਗਾ। ਨਾਨਕ ਗਿਆ ਜਾਪਿਆ ਜਾਏ। ਗਰੀਬ ਨੂੰ ਸਤਿਗੁਰੂ ਕਹਿੰਦੇ ਨੇ ਆਪ ਹੀ ਪਰਖਣ ਵਾਲਾ, ਆਪ ਹੀ ਆਪਣੀ ਕਸਵੱਟੀ ਤੇ ਲਾ ਕੇ ਦੇਖਦਾ ਹੈ। ਆਪੇ ਪਰਖੇ ਆਪ ਚਲਾਏ, ਆਪ ਹੀ ਪਰਖਣ ਵਾਲਾ ਹੈ। ਮਹਾਰਾਜ ਆਖਣ ਲੱਗੇ ਜਿਵੇਂ ਸਿੱਕਾ ਪ੍ਰਵਾਨ ਹੋ ਜੇ ਫਿਰ ਉਹਨੂੰ ਲੋਕਾਂ ਵਿੱਚ ਚਲਾਇਆ ਜਾਂਦਾ ਹੈ। ਜਿਹੜਾ ਜੀਵਨ ਪ੍ਰਵਾਨ ਹੋ ਜਾਏ ਮੇਰਾ ਮਾਲਕ ਉਹਦੇ ਜੀਵਨ ਨੂੰ ਉੱਚੇ ਸੁੱਚੇ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਦਾ ਹੈ। ਆਪੇ ਤੋਲੇ ਪੂਰਾ ਹੋਏ, ਮਹਾਰਾਜ ਆਖਣ ਲੱਗੇ ਮੇਰਾ ਮਾਲਕ ਆਪ ਹੀ ਜੀਵਾਂ ਦੇ ਜੀਵਨ ਨੂੰ ਤੋਲਣ ਵਾਲਾ ਹੈ। ਮਹਾਰਾਜ ਆਖਣ ਲੱਗੇ ਜੇ ਉਹ ਆਪ ਕਿਰਪਾ ਕਰੇ ਤੇ ਜੀਵ ਉਹਦੇ ਤੋਲ ਵਿੱਚ ਪੂਰਾ ਉਤਰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਹਿੰਦੇ ਨੇ ਆਪੇ ਜਾਣ ਏਕੋ ਸੋਏ। ਮਹਾਰਾਜ ਆਖਣ ਲੱਗੇ ਆਪਣੀ ਖੇਡ ਨੂੰ ਮੇਰਾ ਮਾਲਕ ਆਪ ਹੀ ਜਾਣਦਾ ਹੈ। ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਇਹ ਜਿਹੜਾ ਮਾਇਆ ਦਾ ਸਰੂਪ ਹੈ ਮਹਾਰਾਜ ਆਖਣ ਲੱਗੇ ਭਾਈ ਇਹ ਸਾਰਾ ਮਾਇਆ ਦਾ ਰੂਪ ਵੀ ਉਸੇ ਤੋਂ ਬਣਿਆ। ਰਜ ਗੁਣ ਤਮ ਗੁਣ ਸਤ ਗੁਣ ਕਈ ਹੈ, ਇਹ ਤੇਰੀ ਸਾ ਮਾਇਆ। ਮਹਾਰਾਜ ਆਖਣ ਲੱਗੇ ਇਹ ਮਾਇਆ ਵੀ ਉਸੇ ਤੋਂ ਬਣੀ ਹੈ। ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਹਜ਼ੂਰ ਆਖਣ ਲੱਗੇ ਜਿਹਨੂੰ ਮੇਰਾ ਮਾਲਕ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ, ਹਜ਼ੂਰ ਆਖਣ ਲੱਗੇ ਉਹ ਪਵਿੱਤਰ ਹੋ ਜਾਂਦਾ ਹੈ। ਜਿਸ ਨੂੰ ਲਾਏ ਲੱਗੈ ਤਿਸ ਆਏ, ਜਿਹਨੂੰ ਕਿਰਪਾ ਕਰਕੇ ਮੇਲ ਲੈ ਉਹ ਪਵਿੱਤਰ ਹੋ ਜਾਂਦਾ, ਤੇ ਜਿਹਨੂੰ ਮਾਇਆ ਵਾਲੇ ਪਾਸੇ ਲਾ ਦੇ ਲੱਗੈ ਤਿਸ ਆਏ, ਮਾਇਆ ਉਹਨੂੰ ਦੌੜ ਕੇ ਆਣ ਕੇ ਚੰਬੜ ਜਾਂਦੀ ਹੈ। ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਜਦੋਂ ਮੇਰਾ ਪਰਮੇਸ਼ਰ ਆਪਣਾ ਸਦਾ ਰਹਿਣ ਵਾਲਾ ਰੂਪ ਕਿਸੇ ਨੂੰ ਦਿਖਾਉਂਦਾ ਹੈ ਉਹ ਮਨੁੱਖ ਸਦਾ ਰਹਿਣ ਵਾਲੇ ਰੱਬ ਵਿੱਚ ਲੀਨ ਹੋ ਜਾਂਦਾ ਹੈ। ਆਪੇ ਲੇਵ ਧਾਤ ਹੈ ਆਪੇ, ਹਜ਼ੂਰ ਆਖਣ ਲੱਗੇ ਮੇਰਾ ਮਾਲਕ ਆਪ ਹੀ ਆਪਣੇ ਚਰਨਾਂ ਨਾਲ ਲਿਵ ਲਾਉਣ ਵਾਲਾ ਹੈ। ਮਹਾਰਾਜ ਆਖਣ ਲੱਗੇ ਆਪ ਹੀ ਮਾਇਆ ਵਾਲੇ ਪਾਸੇ ਲਾਉਣ ਵਾਲਾ ਹੈ।
आप बुझाए आपे जापे। हजूर आखन लगे आप ही समझ बख्शिश करने वाला है। महाराज आखन लगे आप ही कृपा करके अपना नाम जपाउंदा है। हजूर कहंदे ने आपे सतगुर शब्द है आपे। मेरा मालिक आप ही सतगुरु है, आप ही सतगुरु का शब्द है। जिवें महाराज कहंदे ने हों आपों बोल ना जानदा, मैं कहया सब हुक्माओ जियो। जैसी में आवे खसम की बाणी, त्यासड़ा करी ज्ञान में लालो। सतगुरु की बाणी सत सत कर जानो गुर सिखो, हर करता आप मुँह कोड़ाए। महाराज आखन लगे पई ये काल पुरख आप ही साडे मुख विचों बाणी कढ़ाउंदा है। धन गुरु नानक देव जी महाराज कहंदे ने गुर में आप समोए शब्द वरताया। गुरु विच उस रब ने अपने आप को समोया होया है। साडा शब्द ही गुरु है, शब्द ही परमेश्वर है। महाराज आखन लगे मेरा परमेश्वर नानक आख सुनाए आपे। हे नानक मेरा मालिक आप ही कृपा करके आप ही शब्द सुनाउंदा है, आप ही शब्द उचारदा है। साध संगत धन गुरु हरगोबिंद साहब जी महाराज सच्चे पातशाह जिन्हां दा अज प्रकाश दिहाड़ा है, उन्हां दे प्रकाश दिहाड़े दे संबंध विच चार कलैना जिहड़ियां कवि चमन जी ने लिखियां हन, मैं आप नाल सांझियां करां। 1 मिनट बाकी है। चमन जी बड़े प्यार नाल लिखदे हन कि गुरु हरगोबिंद साहब महाराज सच्चे पातशाह नूं 2 तलवारां पहना दित्तियां, शाही ठाठ बाठ वाली पग बद्धी ते गुरु हरगोबिंद साहब महाराज नूं तलवारां सजा के बाबा बुढ़ा जी आखन लगे। ये 4 कलैना पढ़ के मैं समाप्ति करां। गुरु दियां होणगियां शाना ही न्यारियां, हुण गुरुदेव करू घोड़े ते सवारियां। सैनियां नी चुप चाप हुण बर्बादियां, लाउणियां नी होर हुण लोहां ते समाधियां। सबर ताई होर नहीं देगां च पकावांगे, लोहां वाला लोहा हुण खंडियां नूं लावांगे। जुल्मां दी अग विच सड़े जदों शांति, दिलां विचों उठ वेले उठदी क्रांति। मीरी अते पीरी किरपाना 2 सुझावेगा, एक सज्जे पासे एक खब्बे पासे पावेगा। घोड़े उत्ते बैठा होया जापू कोई राठ है, दिल दरवेश दाते पादशाही ठाठ है। अनखाने एदां सदा नीवियां नी पाउणियां, शांति दी कुख चों हनेरियां भी आउणियां। मेरी पई आख दिए झुक के नहीं रहीदा, पीरी कहंदी ओदा पाना मिठा करके सहीदा। मेरी पीरी वालिया जहान दे वालिया, सांभया के सिखी वाले बाग ताई मालिया, बाग ताई मालिया। 6वें पातशाह महाराज अपने सिखी दे बाग नूं आप ही आण के कृपा करके संभालन। नौजवान नशा तो रहत हो के केस रख के गुरु वाले बन। सारिਆਂ ਦਾ ਧੰਨਵਾਦ। गुरुद्वारा प्रबंधक कमेटी दिल्ली, गुरुद्वारा प्रबंधक कमेटी बाला प्रीतों गुरु हरकृष्ण साहब जी का सत्कारयोग हैड ग्रंथी साहब ज्ञानी अरनजीत सिंह जी होरां दा, गुरु की साध संगत का धन्नवाद। फतेह बलाई जी सारे आखी। वाहिगुरु जी का खालसा, वाहिगुरु जी की फतेह।